ਤੁਸੀਂ ਬਹੁਤ ਇੱਜ਼ਤ ਦਿੱਤੀ, ਬਹੁਤ ਸਨਮਾਨ ਦਿੱਤਾ, ਧੰਨਵਾਦ ਤੁਹਾਡਾ ਬਹੁਤ। ਔਰ ਇਹ ਬੜਾ ਹੀ ਸੁਚਾਰੂ ਉਦਮ ਹੈ ਕਿ ਇੱਦਾਂ ਮਿਲ ਬੈਠ ਕੇ ਡਿਸਕਸ਼ਨ ਕੀਤੀ ਜਾਏ, ਚਰਚਾ ਕੀਤੀ ਜਾਏ। ਦੋ ਗੱਲਾਂ ਹੁੰਦੀਆਂ ਜ਼ਿੰਦਗੀ ਦੇ ਅੰਦਰ, ਇੱਕ ਸੰਵਾਦ ਹੈ, ਇੱਕ ਵਿਵਾਦ ਹੈ। ਸੰਵਾਦ ਵਾਸਤੇ ਇੱਕ ਗੁਣ ਚਾਹੀਦਾ ਹੈ, ਸਬਰ। ਸੰਵਾਦ ਵਾਸਤੇ ਕੁਆਲਿਟੀ ਚਾਹੀਦੀ ਹੈ, ਗੁਣ। ਜਿੱਥੇ ਗੁਣ ਨਹੀਂ ਹੁੰਦਾ, ਧੀਰਜ ਨਹੀਂ ਹੁੰਦਾ, ਸਬਰ ਨਹੀਂ ਹੁੰਦਾ, ਉੱਥੇ ਫਿਰ ਵਿਵਾਦ ਹੁੰਦਾ। ਤੋ ਦੁਨੀਆ ਦੇ ਉੱਤੇ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ, ਉਹਨਾਂ ਨੇ ਇੱਕ ਸਭ ਤੋਂ ਵੱਡੀ ਦੇਣ ਜਿਹੜੀ ਸੰਸਾਰ ਨੂੰ ਦਿੱਤੀ ਹੈ, ਪੂਰੇ ਵਿਸ਼ਵ ਦੀ ਝੋਲੀ 'ਚ ਜਿਹੜੀ ਇੱਕ ਸਭ ਤੋਂ ਵੱਡੀ ਦੇਣ ਗੁਰੂ ਨਾਨਕ ਸਾਹਿਬ ਜੀ ਨੇ ਪਾਈ ਹੈ। ਕਿ ਕੀ ਉਹ ਅਗਲੀਆਂ ਗੱਲਾਂ ਨੇ, ਜੋ ਬੇਸ ਹੈ, ਜੋ ਬੀਜ ਹੈ, ਉਹ ਹੈ ਡਿਸਕਸ਼ਨ। ਇੰਟਰਫੇਸ ਡਿਸਕਸ਼ਨ ਦੇ ਪਿਤਾਮਾ ਨੇ ਗੁਰੂ ਨਾਨਕ ਸਾਹਿਬ ਮਹਾਰਾਜ। ਕਿਉਂਕਿ ਉਹ ਜਿਹੜੀ ਉਸ ਵੇਲੇ ਦੀ ਸਿਚੁਏਸ਼ਨ ਹੈ, ਇੱਕ ਫਿਰਕਾ ਦੂਜੇ ਫਿਰਕੇ ਨਾਲ ਨੱਕੋ ਨੱਕ ਨਫ਼ਰਤ ਨਾਲ ਭਰਿਆ ਹੋਇਆ ਹੈ। ਰੱਬ ਵੰਡੇ ਹੋਏ ਨੇ, ਰੱਬ ਦੇ ਨਾਮ ਵੰਡੇ ਹੋਏ ਆ, ਦਿਸ਼ਾਵਾਂ ਵੰਡੀਆਂ ਹੋਈਆਂ, ਜਿਹਦਾ ਜ਼ਿਕਰ ਬਾਣੀ 'ਚ ਹੁੰਦਾ ਹੈ ਕਿ ਇੱਕ ਪੱਛਮ ਨੂੰ ਖੁਦਾ ਦਾ ਘਰ ਕਹਿੰਦਾ ਸੀ, ਦੂਜਾ ਦੱਖਣ ਨੂੰ ਕਹਿੰਦਾ ਸੀ ਭਗਵਾਨ ਦਾ ਵਾਸ ਹੈ। ਪੱਛਮ ਦੇਸ਼, ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਾ ਮੁਕਾਮੋ। ਇੱਕ ਦੂਸਰੇ ਨੂੰ ਕਾਫਰ ਕਹਿੰਦਾ ਸੀ, ਦੂਜਾ ਨੂੰ ਮਲੇਸ਼ ਕਹਿੰਦਾ ਸੀ। ਇੱਦਾਂ ਦੇ ਸ਼ਬਦਾਂ ਦੇ ਨਾਲ ਆਪਣੇ ਅੰਦਰ ਦੀ ਅੱਗ ਨੂੰ ਉਗਲਿਆ ਜਾਂਦਾ ਸੀ। ਇੱਕ ਦੂਸਰੇ ਦੇ ਕੋਲੋਂ ਵੀ ਸਪਰਸ਼ ਨਹੀਂ ਸੀ ਕੀਤਾ ਜਾਂਦਾ, ਗੁਜ਼ਰਿਆ ਨਹੀਂ ਸੀ ਜਾਂਦਾ। ਹੁਣ ਸਭ ਤੋਂ ਵੱਡੀ ਤਾਕਤ ਤੇ ਰੱਬ ਦੇ ਨਾਲ ਦੇ ਇਕੱਠੇ ਹੋਣਾ ਸੀ। ਫਿਰ ਰੱਬ ਵੀ ਵੰਡੇ ਹੋਏ ਸੀ, ਜਿਹਨਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ, ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਇ। ਰੱਬ ਤੇ ਇੱਕ ਸੀ, ਉਹ ਇੱਕ ਜਗ੍ਹਾ ਸੀ, ਪਰ ਉਹਦੇ ਅਨਿਆਈ ਅਖਵਾਉਣ ਵਾਲੇ ਜਿਹੜੇ ਸੀ ਉਹ ਈਰਖਾ ਦੀ ਅੱਗ ਵਿੱਚ ਸੜ ਰਹੇ ਸੀ। ਇਹਦਾ ਮਤਲਬ ਵੀ ਆਪਣੀ ਸੋਚ ਹਾਵੀ ਸੀ, ਰੱਬ ਨੂੰ ਪੁੱਛਦਾ ਕੋਈ ਨਹੀਂ ਸੀ ਪਿਆ। ਤੋ ਉਹਨਾਂ ਹਾਲਾਤਾਂ ਦੇ ਵਿੱਚ ਗੁਰੂ ਬਾਬਾ ਜੀ ਨੇ ਜਿਹੜੀ ਸਭ ਤੋਂ ਵੱਡੀ ਦੇਣ ਦਿੱਤੀ ਹੈ, ਉਹ ਹੈ ਵੀ ਇੰਟਰਫੇਥ ਡਿਸਕਸ਼ਨ। ਹਰ ਫੇਥ ਦੇ ਲੋਕਾਂ ਨਾਲ ਬਾਬਾ ਜੀ ਸੰਵਾਦ ਕਰਦੇ। ਆਹੀ ਉਹਨਾਂ ਦਾ ਸਭ ਤੋਂ ਵੱਡਾ ਹਥਿਆਰ, ਸੰਵਾਦ। ਸਭ ਤੋਂ ਵੱਡੀ ਸ਼ਕਤੀ ਉਹਨਾਂ ਦੀ। ਅਸੀਂ ਉਹਨਾਂ ਦੇ ਇਸ ਬਾਣੀ ਵੀ ਇਹ ਦਰਜ ਪੜ੍ਹਦੇ ਹਾਂ, ਸਿੱਧ ਗੋਸ਼ਟ। ਗੋਸ਼ਟ ਮਤਲਬ ਵਿਚਾਰ ਚਰਚਾ, ਆਦਾਨ ਪ੍ਰਦਾਨ। ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀ। ਤੁਸੀਂ ਬਹੁਤ ਸਿਆਣੇ ਸਟੂਡੈਂਟਸ ਬੈਠੇ ਹੋ, ਕੋਈ ਸਧਾਰਨ ਇਕੱਠ ਨਹੀਂ ਹੈ ਅੱਜ ਦਾ ਜਿਹੜਾ ਇਕੱਠ ਹੈ। ਡਿਸਕਸ਼ਨ, ਸਾਰੀਆਂ ਸਮੱਸਿਆਵਾਂ ਦਾ ਹੱਲ ਡਿਸਕਸ਼ਨ ਹੀ ਹੈ, ਟੇਬਲ ਟਾਪ। ਦੁਨੀਆ ਦੇ ਜਿੰਨੇ ਮਰਜ਼ੀ ਹਥਿਆਰਬੰਦ ਮਸਲੇ ਹੋਣ, ਲੜਾਈਆਂ ਹੋਣ, ਉਹਦਾ ਆਖਰੀ ਜਿਹੜਾ ਹੱਲ ਹੈ ਉਹ ਇਹੀ ਹੈ ਕਿ ਬੈਠ ਕੇ ਸੰਵਾਦ ਕੀਤਾ ਜਾਏ। ਸੋ ਫਿਰ ਹੋਰ ਵੱਡੀ ਗੱਲ ਵੀ ਗੁਰੂ ਨਾਨਕ ਸਾਹਿਬ ਜੀ ਕਿੱਥੇ ਕਿੱਥੇ ਸੰਵਾਦ ਕਰਨ ਜਾਂਦੇ ਆ। ਜਿੱਥੇ ਗੁਰੂ ਸਾਹਿਬ ਜੀ ਦੀ ਆਪਣੀ ਵਿਚਾਰਧਾਰਾ ਦੇ ਵਿੱਚ ਬਿਲਕੁਲ ਕੰਟਰੋਵਰਸੀ ਹੈ। ਕੋਈ ਪੂਰਬ ਦਿਸ਼ਾ ਨੂੰ ਸੂਰਜ ਦੀ ਪੂਜਾ ਕਰ ਰਿਹਾ, ਕੋਈ ਇੱਕ ਬਿਲਡਿੰਗ ਵਿੱਚ ਰੱਬ ਮੰਨ ਕੇ ਬੈਠਾ ਹੈ, ਕੋਈ ਇੱਕ ਚਿੰਨ੍ਹ ਵਿੱਚ ਭਗਵਾਨ ਮੰਨ ਕੇ ਬੈਠਾ ਹੈ। ਫਿਰ ਉੱਥੇ ਪਹੁੰਚ ਕੇ, ਔਰ ਮਜ਼ੇਦਾਰ ਗੱਲ ਇਹ ਜਿਹੜੀ ਸਭ ਤੋਂ ਵਧੀਆ ਸਿੱਖਣ ਵਾਲੀ ਗੱਲ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਸੰਵਾਦ ਕਰਦੇ ਆ ਤੇ ਉਹਨਾਂ ਦਾ ਮਨੋਰਥ ਸੰਵਾਦ ਵਿੱਚ ਜਿੱਤਣਾ ਨਹੀਂ ਹੈ। ਜਿਹੜੀ ਗ੍ਰਹਿਣ ਕਰਨੀ ਹੈ ਨਾ ਗੱਲ ਆਪਾਂ, ਬੜੀ ਜ਼ਰੂਰੀ ਪੋਜ਼ਿਟਿਵ ਥਿੰਕਿੰਗ। ਇੱਕ ਹੁੰਦਾ ਵੀ ਆਪਾਂ ਵੀ ਡਿਸਕਸ਼ਨ ਕਰਦੇ ਹਾਂ, ਘਰ ਵਿੱਚ ਵੀ ਸੰਵਾਦ ਹੁੰਦਾ, ਪਤੀ ਪਤਨੀ ਦਾ ਵੀ ਸੰਵਾਦ ਹੁੰਦਾ, ਤੇ ਉੱਥੇ ਵੀ ਸਾਡੀ ਇੱਕ ਕੋਸ਼ਿਸ਼ ਹੁੰਦੀ ਆ ਵੀ ਮੈਂ ਇਸ ਚਰਚਾ 'ਚ ਪਤਨੀ ਨੂੰ ਜਿੱਤਣਾ ਹੈ, ਜਾਂ ਪਤਨੀ ਕਹਿੰਦੀ ਹੈ ਵੀ ਆਖਰੀ ਗੱਲ ਮੇਰੀ ਹੋਵੇ। ਸਾਡੀ ਚਰਚਾ ਦੀ ਇਹੀ ਕਮਜ਼ੋਰੀ ਹੈ ਵੀ ਅਸੀਂ ਉਹਦੇ ਵਿੱਚੋਂ ਗਿਆਨ ਲੈਣ ਵਾਸਤੇ ਚਰਚਾ ਨਹੀਂ ਕਰ ਰਹੇ ਹੁੰਦੇ। ਅਸੀਂ ਉਹਦੇ ਵਿੱਚ ਆਪਣੀ ਈਗੋ ਨੂੰ ਹੋਰ ਪ੍ਰਫੁੱਲਤ ਕਰਨ ਵਾਸਤੇ ਵੀ ਮੇਰਾ ਹੀ ਸਵਾਲ ਹੋਵੇ, ਮੇਰਾ ਹੀ ਜਵਾਬ ਹੋਵੇ, ਆਹ ਬੇਸ ਹੁੰਦਾ ਸਾਡੀ ਚਰਚਾ। ਗੁਰੂ ਬਾਬਾ ਜੀ ਜਿਹੜਾ ਸੰਵਾਦ ਕਰਦੇ ਆ, ਉਹਦੇ ਵਿੱਚ ਉਹ ਜਿੱਤਣ ਦਾ ਯਤਨ ਨਹੀਂ ਕਰ ਰਹੇ। ਉਹਦੇ ਵਿੱਚ ਉਹਨਾਂ ਫਿਰ ਦੂਸਰੀ ਗੱਲ, ਜਦੋਂ ਕੋਈ ਜਿੱਤਣ ਦੀ ਸੋਚ ਨਾਲ ਸੰਵਾਦ ਕਰਦਾ, ਉਹਦਾ ਦੂਸਰਾ ਸਟੈਪ ਹੁੰਦਾ ਕਿ ਮੈਂ ਦੂਜੇ ਨੂੰ ਨੀਵਾਂ ਦਿਖਾਉਣਾ। ਗੁਰੂ ਸਾਹਿਬ ਜੀ ਨਾ ਤੇ ਕਹਿੰਦੇ ਆ ਵੀ ਮੈਂ ਜਿੱਤਣਾ ਤੇ ਨਾ ਦੂਜੇ ਨੂੰ ਹਰਾਉਣਾ ਜਾਂ ਨੀਵਾਂ ਦਿਖਾਉਣਾ। ਉਹ ਇਹ ਚਾਹੁੰਦੇ ਆ ਵੀ ਭਲਾ ਕਰ।
ਸਹੀ ਰਾਹ ਤੇ ਤੁਰਨਾ, ਭਰਮ ਮੇਟਣਾ। ਹੁਣ ਸਭ ਤੋਂ ਵੱਡਾ ਜਿਹੜਾ ਸਿਆਪਾ ਸੀ ਉਹ ਇਹ ਸੀ ਵੀ ਦੋਸ਼ ਨਹੀਂ ਸੀ ਉਹਨਾਂ ਲੋਕਾਂ ਦਾ ਵਿਚਾਰਿਆਂ ਦਾ, ਪਰ ਉਹ ਆਪਣੇ ਵੱਲੋਂ ਕਹਿੰਦੇ ਸੀ ਅਸੀਂ ਧਰਮ ਕਰਮ ਕਰ ਰਹੇ ਹਾਂ, ਪਰ ਐਕਚੁਅਲੀ ਉਹ ਭਰਮ ਢੋ ਰਹੇ ਸੀ। ਸਭ ਤੋਂ ਵੱਡਾ ਖਤਰਾ ਇੱਥੇ ਹੈ ਜਦੋਂ ਬੰਦਾ ਭਰਮ ਨੂੰ ਧਰਮ ਸਮਝ ਲੈਂਦਾ ਹੈ ਤੇ ਸਾਰੀ એનર્ਜੀ ਵੇਸਟ ਹੋ ਜਾਂਦੀ। ਇਹ ਤੇ ਉਦਾਂ ਹੀ ਹੈ ਜਿਵੇਂ ਤੁਸੀਂ ਗੱਡੀ ਨੂੰ 100-150 ਦੀ ਸਪੀਡ ਤੇ ਚਲਾ ਰਹੇ ਹੋ ਤੇ ਪਹਿਲੀ ਡਾਇਰੈਕਸ਼ਨ ਚੇਂਜ ਹੋ ਗਈ, ਜਾਣਾ ਅੰਮ੍ਰਿਤਸਰ ਨੂੰ ਤੁਸੀਂ ਪਾਲੀ ਦਿੱਲੀ ਨੂੰ, ਜਿੰਨੀ ਸਪੀਡ 'ਚ ਭਜਾਉਂਦੇ ਹੋ, ਜਿੰਨੀ એનર્ਜੀ ਲੱਗਦੀ ਆ, ਉਨੀ ਆਪਣੀ ਮੰਜ਼ਿਲ ਤੋਂ ਦੂਰ ਜਾਂਦੇ ਵਿੱਚ ਪੈਂਦੀ ਜਾਂਦੀ। ਤਾਂ ਇਹ ਇੱਦਾਂ ਹੀ ਸੀ ਵੀ ਉਹ ਭਰਮ ਨੂੰ ਧਰਮ ਸਮਝੀ ਬੈਠੇ ਸੀ। ਉਹ ਹਰ ਕੰਮ ਕਰਦੇ, એનર્ਜੀ ਵੀ ਲਾਉਂਦੇ, ਸਮਾਂ ਵੀ ਲਾਉਂਦੇ, ਪੈਸਾ ਵੀ ਲਾਉਂਦੇ, ਆਊਟਪੁੱਟ ਕੁਝ ਵੀ ਨਾ ਨਿਕਲਦਾ। ਵੈਸਾ ਉਹਨਾਂ ਨੇ ਗੱਲ ਕੀਤੀ ਜਿਸ ਤਰ੍ਹਾਂ ਸਾਹਮਣਾ ਕਿ ਆਸਾ ਜੀ ਕੀ ਬਾਤ ਹੈ। ਹੁਣ ਮੈਂ ਤੁਹਾਨੂੰ ਸਟੂਡੈਂਟਸ ਨੂੰ ਬੇਨਤੀ ਕਰਦਾ, ਤੁਹਾਡੇ ਕੋਲ ਤੁਸੀਂ ਇੰਜੀਨੀਅਰ ਹੋ, ਤੁਹਾਡੇ ਕੋਲ ਫੋਨ ਨੇ, ਐਂਡਰਾਇਡ ਨੇ, ਸਭ ਕੁਝ ਅੱਜ ਕੱਲ੍ਹ ਇੰਸਟਾਲ ਕੀਤਾ ਜਾ ਸਕਦਾ। ਆਸਾ ਜੀ ਕੀ ਬਾਤ ਨੂੰ ਜੇ ਤੁਸੀਂ ਸਮਝ ਲਿਆ ਨਾ, ਤੁਸੀਂ ਹੈਰਾਨ ਹੋਵੋਗੇ ਵੀ ਇਹ ਗੱਲਾਂ ਕਿਸ ਤਰ੍ਹਾਂ ਦੀਆਂ ਲਿਖੀਆਂ ਹੋਈਆਂ, ਇਹ ਕੀ ਬਿਆਨ ਕੀਤਾ ਹੋਇਆ ਗੁਰੂ ਸਾਹਿਬ ਨੇ। ਔਰ ਜਿਵੇਂ ਦੱਸ ਰਹੇ ਸੀ ਵੀ ਰਾਜਸੀ ਦਸ਼ਾ, ਆਰਥਿਕ ਦਸ਼ਾ, ਸਮਾਜਿਕ ਦਸ਼ਾ, ਇੱਕ ਇਸ਼ੂ ਨੂੰ ਸਤਿਗੁਰੂ ਜੀ ਨੇ, ਮੈਂ ਇੱਕ ਦਿਨ ਮੈਂ ਤੁਹਾਨੂੰ ਦੱਸਦਾ ਕਿ ਮੈਨੂੰ ਨੌਜਵਾਨ ਮਿਲ ਗਏ ਤੇ ਮੈਂ ਉਹਨਾਂ ਨੂੰ ਕਿਹਾ ਵੀ ਬਾਬਾ ਜੀ ਨੇ ਕੁਝ ਕਲਿੱਪ ਪਾਏ ਹੋਏ ਆ, ਵੀਡੀਓਜ਼ ਪਾਈਆਂ ਹੋਈਆਂ ਤੇ ਤੁਸੀਂ ਵੇਖਿਆ ਕਰੋ। ਉਹ ਬੜੇ ਹੈਰਾਨ ਹੋਏ। ਹੁਣ ਸਾਰਾ ਦਿਨ ਤੇ ਬੱਚੇ 90% ਫੋਨ ਤੇ ਹੀ ਨੇ ਨਾ, ਬਚਪਨਾ ਵੀ ਡੁੱਬ ਗਿਆ ਸਾਡਾ, ਜਵਾਨੀ ਵੀ ਡੁੱਬ ਗਈ ਤੇ ਕਹਿਣਾ ਨਹੀਂ ਚਾਹੀਦਾ, ਵੱਡੇ ਵੀ ਪਿੱਛੇ ਨਹੀਂ ਰਹੇ। ਉਹ ਬੜੇ ਹੈਰਾਨ ਹੋਏ। ਮੈਂ ਕਿਹਾ ਕਲਿੱਪ ਪਾਏ ਹੋਏ ਆ ਬਾਬਾ ਜੀ ਨੇ ਕੱਟ ਕੇ, ਤੇ ਤੁਸੀਂ ਉਹ ਕਲਿੱਪ ਵੇਖਿਆ ਕਰੋ। ਉਹ ਕਹਿੰਦੇ ਜੀ 1469 ਦੀ, 70 ਦੀ ਜਾਂ 80 ਦੀ ਗੱਲ, ਤੇ ਕਿਹੜੇ ਕਲਿੱਪ ਉਦੋਂ ਬਣੇ ਹੋਣਗੇ। ਮੈਂ ਉਹਨੂੰ ਕਿਹਾ ਜੀ ਆਸਾ ਜੀ ਕੀ ਬਾਤ ਪੜ੍ਹੋ, ਉਹਦੇ ਵਿੱਚ ਬੜੇ ਵਧੀਆ ਕਲਿੱਪ ਪਏ ਤੇ ਜਿਸ ਤੇ ਤੁਹਾਨੂੰ ਬੜਾ ਇੰਟਰਸਟ ਬਣਨਾ ਜਦੋਂ ਤੁਸੀਂ ਉਹ ਕਲਿੱਪ ਵੇਖਣ ਲੱਗ ਪਏ। ਮੈਂ ਤੁਹਾਡੇ ਇੰਟਰਸਟ ਵਾਸਤੇ ਦੱਸ ਰਿਹਾ। ਉਹਨਾਂ ਦੀ ਸਮਝ ਤੇ ਆਏ ਨੌਜਵਾਨ ਦੀ, ਕਹਿੰਦੇ ਵੀ ਇਹ ਕਿੱਦਾਂ ਦੀ ਗੱਲ ਹੈ। ਮੈਂ ਕਿਹਾ ਇਹਨੂੰ ਸਮਝੋ। ਇੱਕ ਮੈਂ ਛੋਟੇ ਜਿਹੇ ਕਲਿੱਪ ਦਾ ਜ਼ਿਕਰ ਕੀਤਾ, ਉਹਦੇ 'ਚ ਇੱਕ ਪੰਕਤੀ ਹੈ, ਇੱਕ ਸ਼ਲੋਕ ਆਉਂਦਾ ਹੈ ਤੇ ਉਹਦੇ ਬਚਨ ਨੇ, ਵਾਇਣ ਚੇਲੇ ਨੱਚਣ ਗੁਰ, ਪੈਰ ਹਿਲਾਵਣ ਫੇਰਨ ਸਿਰ, ਉੱਡ ਉੱਡ ਰਾਵੈ ਝਾਟੇ ਪਾਏ, ਵੇਖਣ ਲੋਕ ਹੱਸੈ ਕਰ ਜਾਏ, ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੈ ਧਰਤੀ। ਹੁਣ ਇਹ ਛੋਟਾ ਜਿਹਾ ਕਲਿੱਪ ਹੈ। ਕਲਿੱਪ ਵਿੱਚ ਕੀ ਹੋ ਰਿਹਾ ਕਿ ਉਹ ਕਿਸੇ ਦੇ ਵਿੱਚ ਆਤਮਾ ਪ੍ਰਵੇਸ਼ ਕਰ ਗਈ ਹੈ, ਉਹ ਸਿਰ ਫੇਰ ਰਿਹਾ, ਵਾਲ ਖੁੱਲੇ ਹੋਏ ਆ, ਲੋਕੀ ਵਿਚਾਰੇ ਡਰ ਰਹੇ ਆ ਵੀ ਇਹਦੇ 'ਚ ਭੂਤ ਆ ਗਿਆ, ਇਹਦੇ 'ਚ ਆਤਮਾ ਆ ਗਈ। ਅੱਜ ਵੀ ਧਰਮ ਦੇ ਨਾਂ ਤੇ ਇੱਕ ਫਿਰਕਾ ਐਸਾ ਹੈਗਾ ਜਿਹੜਾ ਪੰਜਾਬ ਸਾਰਾ ਬਾਰਡਰ ਦੀ ਬੈਲਟ ਚਲੇ ਜਾਂਦਾ, ਲੋਕਾਂ ਨੂੰ ਡਰਾ ਕੇ ਧਰਮ ਕਨਵਰਟ ਕਰਵਾਇਆ ਜਾ ਰਿਹਾ ਵੀ ਆਤਮਾ ਆ ਗਈ, ਅਸੀਂ ਆਤਮਾ ਨੂੰ ਕਾਬੂ 'ਚ ਕਰ ਲੈਣਾ। ਬੜੀਆਂ ਅਜੀਬ ਗੱਲਾਂ। ਤੁਸੀਂ ਹੁਣ ਐਜੂਕੇਸ਼ਨ ਦੀ ਸਤ੍ਹਾ ਤੇ ਜੀਉਣ ਵਾਲੇ ਬੈਠੇ ਹੋ ਬੱਚੇ, ਬੜੀਆਂ ਝੂਠ ਦੀਆਂ ਕਹਾਣੀਆਂ, ਭਰਮ ਨੂੰ ਧਰਮ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਤੇ ਬਾਬਾ ਜੀ ਨੇ ਜਦੋਂ ਉਹ ਫਿਲਮ ਪਾਈ ਤੇ ਜਿਨ੍ਹਾਂ ਨੇ ਉਹ ਫਿਲਮ ਵੇਖ ਲਈ ਉਹਨਾਂ ਨੂੰ ਸਮਝ ਆ ਗਈ ਵੀ ਇਹ ਕਿਉਂ ਕਰ ਰਹੇ ਤਾਂ ਇਹ ਜਿਹੜਾ ਡਰਾਮਾ ਹੋ ਰਿਹਾ। ਤੇ ਉਹਨਾਂ ਨੇ ਦੱਸਿਆ ਵੀ ਰੋਟੀਆਂ ਕਾਰਨ ਪੂਰੇ ਤਾਲ, ਇਹ ਜਿਹੜਾ ਸਾਰਾ ਡੱਬਰ ਹੈ ਇਹ ਫਾਈਨੈਂਸ਼ਲੀ ਉਹ ਮਜਬੂਰੀ ਵਾਸਤੇ ਹੋ ਰਿਹਾ ਵੀ ਪੈਸਾ ਲੋਕਾਂ ਕੋਲ ਕਿਵੇਂ ਲੁੱਟਣਾ, ਜਿੰਨਾ ਪਖੰਡ ਹੋ ਰਿਹਾ ਇਸ ਵਾਸਤੇ ਹੋ ਰਿਹਾ। ਜਿਹਨਾਂ ਨੂੰ ਇਹ ਗੱਲ ਇੰਨਾ ਕੁ ਕਲਿੱਪ ਵੇਖ ਲਿਆ ਤੇ ਉਹ ਜਦੋਂ ਕੱਲ ਨੂੰ ਵੇਖਣਗੇ ਤੇ ਉਹ ਹੱਸਣਗੇ ਵੀ ਇਹ ਤਾਂ ਡਰਾਮਾ ਹੈ। ਸੋ ਗੁਰੂ ਬਾਬਾ ਜੀ ਨੇ ਜਿਹੜੀ ਮੇਨ ਗੱਲ, ਜਿਹੜੀ ਸਾਰੀ ਦਾ ਕਨਕਲੂਜਨ ਹੈ, ਉਹਨਾਂ ਨੇ ਜਿਹੜਾ ਸੰਸਾਰ ਨੂੰ ਮਾਰਗ ਦਿੱਤਾ ਉਹ ਕਰਮ ਕਾਂਡ ਦਾ ਨਹੀਂ, ਗਿਆਨ ਦਾ ਮਾਰਗ। ਜਿਹੜਾ ਗੁਰੂ ਨਾਨਕ ਦੀ ਸੋਚ ਹੈ, ਮੈਂ ਇੱਕ ਗੱਲ ਇੱਥੇ ਕਹਿਣੀ ਚਾਹੁੰਦਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਵੇਂ ਬਾਕੀ ਫਿਰਕੇ ਕੰਮ ਕਰ ਰਹੇ ਆ, ਮਜ਼ਹਬ ਕੰਮ ਕਰ ਰਹੇ ਆ, ਇਦਾਂ ਦਾ ਕੋਈ ਫਿਰਕਾ ਨਹੀਂ ਬਣਾਇਆ। ਗੁਰੂ ਨਾਨਕ ਸਾਹਿਬ ਨੇ ਇੱਕ ਰਸਤਾ ਦਿੱਤਾ ਤੇ ਜਿਨ੍ਹਾਂ ਨੇ ਫਾਲੋ ਕੀਤਾ, ਸਿੱਖ ਸ਼ਬਦ ਜਿਹੜਾ ਦਿੱਤਾ ਨਾ, ਸਿੱਖ ਸ਼ਬਦ ਮਤਲਬ ਲਰਨਰ, ਸਿੱਖਿਆ ਲੈਣ ਵਾਲਾ। ਤੇ ਜਿਹਨੇ ਸਿੱਖਿਆ ਲਈ, ਭਾਵੇਂ ਉਹ ਰਾਏ ਬਲਾਰ ਮੁਸਲਮਾਨ ਸੀ, ਭਾਵੇਂ ਉਹ ਜਿਹੜਾ ਭਾਈ ਮਰਦਾਨਾ ਸੀ, ਭਾਵੇਂ ਉਹ ਬਾਲਾ ਸੀ। ਹੁਣ ਉਸ ਵੇਲੇ ਤੇ ਕੋਈ ਸਿੱਖਾਂ ਦਾ ਘਰ ਨਹੀਂ ਸੀ ਜਿਹਦੇ ਘਰ ਕੋਈ ਖਾਸ ਜਨਮਿਆ ਹੋਵੇ। ਕੋਈ ਮੁਸਲਮਾਨਾਂ ਦੇ ਘਰਾਂ 'ਚ ਜਨਮ ਲੈਣ ਵਾਲੇ ਨੇ ਸਿੱਖਿਆ ਲਈ, ਉਹ ਵੀ ਗੁਰੂ ਨਾਨਕ ਦੀ ਸਿੱਖਿਆ ਦੇ ਪਾਂਧੀ ਬਣ ਕੇ ਸਿੱਖਿਆਰਥੀ ਹੋ ਗਏ। ਹਿੰਦੂਆਂ ਦੇ ਘਰਾਂ 'ਚ ਜਨਮ ਲੈਣ ਵਾਲਿਆਂ ਨੇ ਸਿੱਖਿਆ ਲਈ, ਉਹ ਵੀ ਸਿੱਖਿਆ ਦੇ ਧਾਰਨੀ। ਔਰ ਇੱਕ ਸ਼ਬਦ ਵਰਤਿਆ ਜਾਂਦਾ ਹੁੰਦਾ ਸੀ
ਗੁਰੂ ਨਾਨਕ ਸਾਹਿਬ ਦੇ ਅਨੁਯਾਈਆਂ ਵਾਸਤੇ ਨਾਨਕ ਪੰਥੀ, ਮਤਲਬ ਨਾਨਕ ਜੀ ਦੇ ਪੰਥ ਮਤਲਬ ਰਸਤਾ। तो उस रस्ते ते तुरन वाले ਉਹਦੇ ਲਈ ਫਿਰ ਇੱਕ ਵੱਡੀ ਹੋਰ ਗੱਲ ਵੀ ਹਿੰਦੁਸਤਾਨ ਦੀ ਜਿਹੜੀ ਮੈਂਟੈਲਿਟੀ ਅੱਜ ਵੀ ਉਹੀ ਹੈ ਵੀ ਇਹ ਇੱਥੇ ਮੰਨਿਆ ਜਾਂਦਾ ਸਭ ਤੋਂ ਜਿਹੜੀ ਖਤਰਨਾਕ ਸੋਚ ਹੈ ਵੀ ਧਰਮ ਜਿਹੜਾ ਉਹ ਬਾਈ ਬਰਥ ਹੁੰਦਾ ਹੈ। ਅੱਜ ਵੀ ਇਹ ਸੋਚ ਹੈ ਵੀ ਜੇ ਫਾਰ ਐਗਜ਼ਾਮਪਲ ਇਹ ਬ੍ਰਾਹਮਣ ਦੇ ਘਰ ਪੈਦਾ ਹੋਇਆ ਤੇ ਇਸ ਵਾਸਤੇ ਇਹ ਬ੍ਰਾਹਮਣ ਹੈ, ਇਹ ਵੈਸ਼ ਦੇ ਸ਼ੂਦਰ ਦੇ ਤੇ ਉਹਦਾ ਬੱਚਾ ਵੀ ਸ਼ੂਦਰ ਹੈ, ਉਹਦੀ ਜਾਤ ਦਾ ਠੱਪਾ ਨਹੀਂ ਉਤਰਦਾ, ਨਾ ਸਾਡੀਆਂ ਸਰਕਾਰਾਂ ਉਤਾਰਦੀਆਂ, ਅੱਜ ਵੀ ਨਹੀਂ ਉਤਾਰਿਆ ਜਾ ਰਿਹਾ। ਗੁਰੂ ਬਾਬਾ ਜੀ ਨੇ ਕਿਹਾ ਵੀ ਧਰਮ ਦਾ ਸੰਬੰਧ ਜਨਮ ਨਾਲ ਨਹੀਂ ਕਰਮ ਨਾਲ ਹੈ। ਹੁਣ ਉਹ ਜਨਮ ਦੇ ਆਧਾਰ ਤੇ ਕਿਹਾ ਜਾਂਦਾ ਸੀ ਇਹ ਨੀਚ ਹੈ, ਇਹ ਉੱਚੀ ਜਾਤ ਦਾ ਹੈ, ਇੱਦਾਂ ਮੰਨਿਆ ਜਾਂਦਾ ਸੀ। डॉक्टर सर मोहम्मद इकबाल जी ने लिखना पिया, शूदर के लिए हिंदुस्तान गम खाना था, दर्द इंसानी से इसका घर बेगाना था, फिर उठी तौहीद की आखिर पंजाब से, हिंद को जगाया एक मर्द कामल ने ख्वाब से। वो कहते इतने तो नरक बनया होया सी ते बाबे ने जदों ये सुनेहा दिता भी जात जन्म ना पुछी है, सच कर लिहो बताए, सा जात सा पत है, ਜਿਹੇ ਕਰਮ ਕਮਾਏ, ਜਿਹਦੇ ਕਰਮ ਨੀਚ ਨੇ, ਨਿਖਿੱਧ ਨੇ, ਮਾੜੇ ਨੇ, ਉਹ ਬੰਦੇ ਦੀ